हाँ जी, नैक्सट है सी पी इज़ ग्रेटर दैन सी वी। ਇਸ ਦੇ ਵਿੱਚ ਜਿਹੜੀ ਗੈਸ ਹੈ ਉਸ ਨੂੰ ਹੀਟ ਕਰਾਂਗੇ, ਜਦੋਂ ਉਸ ਦਾ ਵੋਲੀਅਮ ਤੇ ਜਿਹੜਾ ਪ੍ਰੈਸ਼ਰ ਹੈ ਚੇਂਜ ਹੋਏਗਾ ਹੀਟ ਕਰਨ ਦੇ ਨਾਲ। ਠੀਕ ਹੈ, ਅਮਾਊਂਟ ਆਫ ਹੀਟ ਜਿਹੜੀ ਆਪਾਂ ਨੂੰ ਚਾਹੀਦੀ ਹੈ ਕਿਸੇ ਵੀ ਗੈਸ ਨੂੰ ਹੀਟ ਕਰਨ ਦੇ ਲਈ ਥਰੂ 1 ਡਿਗਰੀ ਸੈਲਸੀਅਸ ਦੇ ਉੱਪਰ, ਤਾਂ ਆਪਣੇ ਕੋਲ ਕੀ ਹੈ, ਵੋਲੀਅਮ ਜਾਂ ਪ੍ਰੈਸ਼ਰ ਦੀ ਜਿਹੜੀ ਵੈਲਿਊ ਇੱਕ ਦੀ ਵੈਲਿਊ ਕੌਨਸਟੈਂਟ ਰੱਖਾਂਗੇ। ਠੀਕ ਹੈ, ਫਸਟ ਕੇਸ ਬਣ ਰਿਹਾ ਜਦੋਂ ਵੋਲੀਅਮ ਦੀ ਵੈਲਿਊ ਹੈਗੀ ਹੈ ਕੌਨਸਟੈਂਟ ਹੈ, ਵੋਲੀਅਮ ਇਜ਼ ਕੈਪਟ ਕੌਨਸਟੈਂਟ, ਤਾਂ ਪ੍ਰੈਸ਼ਰ ਹੈਗਾ ਜਿਹੜਾ ਗੈਸ ਦਾ ਉਹ ਇਨਕਰੀਜ਼ ਕਰੇਗਾ। ਠੀਕ ਹੈ, ਬਟ ਜਿਹੜਾ ਵੋਲੀਅਮ ਆ ਉਹ ਕੀ ਹੈ, ਕੌਨਸਟੈਂਟ ਹੈ। ਇਸ ਕੇਸ ਦੇ ਵਿੱਚ ਠੀਕ ਹੈ, ਇਸ ਕੇਸ ਦੇ ਵਿੱਚ ਜਿਵੇਂ ਜਿਵੇਂ ਜਿਹੜਾ ਗੈਸ ਹੈ ਉਹ ਕੋਈ ਵੀ ਵਰਕ ਪਰਫੋਰਮ ਨਹੀਂ ਕਰੇਗੀ, ਜਦੋਂ ਆਪਾਂ ਉਸ ਨੂੰ ਹੀਟ ਸਪਲਾਈ ਕਰਾਂਗੇ, ਹੀਟ ਸਪਲਾਈ ਹੋਣ ਦੇ ਨਾਲ ਇੰਟਰਨਲ ਐਨਰਜੀ ਹੈਗੀ ਹੈ ਜਿਹੜੀ ਗੈਸ ਦੀ ਉਹ ਵੀ ਕੀ ਕਰੇਗੀ, ਇਨਕਰੀਜ਼ ਕਰੇਗੀ। ਠੀਕ ਹੈ, ਜਦੋਂ ਹੁਣ ਆਪਾਂ ਹੀਟ ਕਰਾਂਗੇ, ਹੀਟ ਕਰਨ ਦੇ ਨਾਲ ਜਿਹੜੀ ਪਾਰਟੀਕਲਸ ਹੈਗੇ ਆ ਗੈਸ ਦੇ ਉਹ ਐਨਰਜੀ ਗੇਨ ਕਰਨਗੇ, ਐਨਰਜੀ ਗੇਨ ਹੋਣ ਦੇ ਨਾਲ ਇੰਟਰਨਲ ਐਨਰਜੀ ਹੈ ਜਿਹੜੀ ਗੈਸ ਦੀ ਉਹ ਚੇਂਜ ਹੋਏਗੀ। ਠੀਕ ਹੈ, ਬਟ ਕੋਈ ਵੀ ਜਿਹੜਾ ਵਰਕ ਡਨ ਹੈ ਉਹ ਨਹੀਂ ਪਰਫੋਰਮ ਹੋਏਗਾ ਬਿਕੋਜ਼ ਵੋਲੀਅਮ ਆਪਣੇ ਕੋਲ ਕੌਨਸਟੈਂਟ ਹੈ। ਇਸ ਕੇਸ ਦੇ ਵਿੱਚ ਜਿਹੜਾ ਟੈਂਪਰੇਚਰ ਹੈਗਾ ਗੈਸ ਦਾ ਉਹ 1 ਡਿਗਰੀ ਸੈਲਸੀਅਸ ਤੋਂ ਇਨਕਰੀਜ਼ ਹੋ ਜਾਏਗਾ। ਸੈਕਿੰਡ ਕੇਸ ਹੈ ਜਦੋਂ ਪ੍ਰੈਸ਼ਰ ਦੀ ਵੈਲਿਊ ਆਪਣੇ ਕੋਲ ਕੌਨਸਟੈਂਟ ਹੈ, ਜਦੋਂ ਗੈਸ ਨੂੰ ਆਪਾਂ ਹੀਟ ਕਰਾਂਗੇ, ਕਦੋਂ, ਜਦੋਂ ਪ੍ਰੈਸ਼ਰ ਦੀ ਜਿਹੜੀ ਵੈਲਿਊ ਆ ਕੌਨਸਟੈਂਟ ਹੈ, ਤਾਂ ਗੈਸ ਨੇ ਕੀ ਕਰਨਾ, ਐਕਸਪੈਂਡ ਕਰਨਾ। ਠੀਕ ਹੈ, ਗੈਸ ਜਦੋਂ ਐਕਸਪੈਂਡ ਹੋਏਗੀ ਤਾਂ ਹੀਟ ਜਿਹੜੀ ਸਪਲਾਈ ਕਰ ਰਹੇ ਹਾਂ ਉਸ ਦੇ ਨਾਲ ਜਿਹੜਾ ਟੈਂਪਰੇਚਰ ਹੈ ਜਾਂ ਇੰਟਰਨਲ ਐਨਰਜੀ ਹੈਗੀ ਹੈ ਜਿਹੜੀ ਗੈਸ ਦੀ ਉਹ ਇਨਕਰੀਜ਼ ਕਰੇਗੀ। ਇਹ ਵਾਲੀ ਜਿਹੜੀ ਇਨਕਰੀਜ਼ ਇਨ ਐਨਰਜੀ ਹੈ, ਇਨਕਰੀਜ਼ ਇਨ ਇੰਟਰਨਲ ਐਨਰਜੀ ਹੈ, ਤਾਂ ਵਰਕ ਹੋਏਗਾ ਆਪਣਾ ਅਗੇਂਸਟ ਦਾ ਪ੍ਰੈਸ਼ਰ। ਠੀਕ ਹੈ, ਵਰਕ ਪਰਫੋਰਮ ਹੋਏਗਾ। ਤਾਂ ਇਸ ਕੇਸ ਦੇ ਵਿੱਚ ਜਿਹੜੀ ਸੀ ਪੀ ਆ ਉਹ ਮੋਰ ਹੋਏਗੀ ਸੀ ਬੀ ਦੇ ਨਾਲੋਂ, ਮੀਨਸ ਸੀ ਪੀ ਵਾਲੀ ਜਿਹੜੀ ਵੈਲਿਊ ਆ ਉਹ ਸੀ ਬੀ ਦੇ ਨਾਲੋਂ ਮੋਰ ਹੋਏਗੀ, ਅਤੇ ਆਪਣਾ ਜਿਹੜਾ ਟੈਂਪਰੇਚਰ ਹੈਗਾ ਗੈਸ ਦਾ ਉਹ 1 ਡਿਗਰੀ ਸੈਲਸੀਅਸ ਤੱਕ ਕੀ ਹੋ ਜਾਏਗਾ, ਇਨਕਰੀਜ਼ ਹੋ ਜਾਏਗਾ। ਠੀਕ ਹੈ, ਉਸ ਤੋਂ ਬਾਅਦ ਹੈਗਾ ਰਿਲੇਸ਼ਨ ਬਿਟਵੀਨ ਟੂ ਸਪੈਸੀਫਿਕ ਹੀਟਸ ਆਫ ਅ ਗੈਸ। ਸੀ ਪੀ ਅਤੇ ਜਿਹੜੀ ਸੀ ਬੀ ਆ ਉਸ ਦੇ ਵਿੱਚ ਰਿਲੇਸ਼ਨ ਫਾਈਂਡ ਆਊਟ ਕਰਾਂਗੇ। ਇਸ ਕੇਸ ਦੇ ਵਿੱਚ ਕੰਸੀਡਰ ਕਰੋ 1 ਮੋਲ ਹੈਗਾ ਆਈਡਲ ਗੈਸ ਦਾ, ਉਸ ਨੂੰ ਆਪਾਂ ਸਿਲੰਡਰ ਦੇ ਵਿੱਚ ਪਾਇਆ ਹੋਇਆ, ਅਤੇ ਸਿਲੰਡਰ ਦੇ ਨਾਲ ਕੀ ਲੱਗਿਆ, ਇੱਕ ਪਿਸਟਨ ਲੱਗਿਆ। ਠੀਕ ਹੈ, ਪਿਸਟਨ ਲੱਗਿਆ ਹੋਇਆ। ਹੁਣ ਜਿਹੜਾ ਪਿਸਟਨ ਹੈ ਉਸ ਦਾ ਏਰੀਆ ਅਗਰ ਏ ਹੈ ਅਤੇ ਗੈਸ ਹੈਗੀ ਹੈ ਜਿਹੜੀ ਆਪਣੀ ਉਸ ਦਾ ਪ੍ਰੈਸ਼ਰ ਕੈਪੀਟਲ ਪੀ ਹੈ, ਵੋਲੀਅਮ ਕੈਪੀਟਲ ਵੀ ਹੈਗਾ, ਟੈਂਪਰੇਚਰ ਕੈਪੀਟਲ ਟੀ ਹੈ। ਜਦੋਂ ਹੀਟ ਨੂੰ ਗੈਸ ਨੂੰ ਹੀਟ ਸਪਲਾਈ ਕਰਾਂਗੇ ਕੌਨਸਟੈਂਟ ਵੋਲੀਅਮ ਦੇ ਉੱਪਰ, ਤਾਂ ਜਿਹੜਾ ਟੈਂਪਰੇਚਰ ਇਨਕਰੀਜ਼ ਹੋਏਗਾ ਥਰੂ ਡੀ ਟੀ ਦੇ ਨਾਲ, ਤਾਂ ਅਮਾਊਂਟ ਆਫ ਹੀਟ ਜਿਹੜੀ ਸਪਲਾਈ ਹੈ ਉਸ ਦੀ ਵੈਲਿਊ ਕੀ ਆ ਜਾਏਗੀ, ਡੀ ਕਿਊ ਇਜ਼ ਇਕਵਲਸ ਟੂ 1 ਇੰਟੂ ਸੀ ਵੀ ਇੰਟੂ ਡੀ ਟੀ। 1 ਮੀਨਸ ਆਪਣੇ ਕੋਲ ਜਿਹੜਾ ਆਈਡਲ ਗੈਸ ਹੈ ਉਸ ਦਾ ਮੋਲ ਕੇ 1 ਮੋਲ ਲੈ ਕੇ ਚੱਲੇ, ਇਸ ਕਰਕੇ 1 ਨਾਲ ਮਲਟੀਪਲਾਈ ਕੀਤਾ, ਤਾਂ ਡੀ ਕੀ ਦੀ ਵੈਲਿਊ ਆ ਜਾਏਗੀ ਸੀ ਬੀ ਇੰਟੂ ਡੀ ਟੀ। ਸੈਕਿੰਡ ਕੇਸ ਹੈ ਜਦੋਂ ਆਪਣੇ ਕੋਲ ਹੀਟ ਜਿਹੜੀ ਸਪਲਾਈ ਕਰਾਂਗੇ ਗੈਸ ਨੂੰ, ਕਦੋਂ, ਜਦੋਂ ਪ੍ਰੈਸ਼ਰ ਦੀ ਵੈਲਿਊ ਕੌਨਸਟੈਂਟ ਹੈ, ਅਤੇ ਇਸ ਦੇ ਕੇਸ ਵਿੱਚ ਜਿਹੜਾ ਟੈਂਪਰੇਚਰ ਹੈ ਡੀ ਟੀ ਦੇ ਨਾਲ ਇਨਕਰੀਜ਼ ਹੋਏਗਾ। ਸਪੋਜ਼ ਜਿਹੜੀ ਹੀਟ ਆਪਾਂ ਸਪਲਾਈ ਕੀਤੀ ਹੈ ਉਸ ਨੂੰ ਲਿਖਾਂਗੇ ਡੀ ਕਿਊ ਡੈਸ਼, ਦੈਨ ਡੀ ਕਿਊ ਡੈਸ਼ ਇਜ਼ ਇਕਵਲਸ ਟੂ ਸੀ ਪੀ ਇੰਟੂ ਡੀ ਟੀ। ਹੁਣ ਜਦੋਂ ਗੈਸ ਨੂੰ ਹੀਟ ਕੀਤਾ, ਜਦੋਂ ਪ੍ਰੈਸ਼ਰ ਦੀ ਵੈਲਿਊ ਕੌਨਸਟੈਂਟ ਹੈ, ਤਾਂ ਪਿਸਟਨ ਹੈਗਾ ਜਿਹੜਾ ਉਹ ਮੂਵ ਕਰੇਗਾ, ਪਿਸਟਨ ਆਊਟਵਰਡ ਮੂਵ ਕਰੇਗਾ। ਜਦੋਂ ਪਿਸਟਨ ਆਊਟਵਰਡ ਮੂਵ ਕਰੇਗਾ ਤਾਂ ਵਰਕ ਪਰਫੋਰਮ ਹੋਏਗਾ ਗੈਸ ਦੇ ਉੱਪਰ। ਠੀਕ ਹੈ, ਤਾਂ ਆਹ ਵਾਲੀ ਜਿਹੜੀ ਆਪਾਂ ਹੀਟ ਸਪਲਾਈ ਕੀਤੀ ਹੈ ਉਸ ਨੂੰ ਕੀ ਲਿਖ ਸਕਦੇ ਹਾਂ, ਡੀ ਕਿਊ ਡੈਸ਼ ਇਜ਼ ਇਕਵਲਸ ਟੂ ਡੀ ਕਿਊ ਪਲੱਸ ਡੀ ਡਬਲਿਊ। डी क्यू डैश इज इक्वल्स टू डी क्यू प्लस डी डबल्यू अपॉन जे। डी डबल्यू अपॉन जे मीनस हीट इक्विवेलेंट है बिल्कुल वर्क डन दे, डी डबल्यू दे बिल्कुल इक्विवेलेंट है। हुण जो पिस्टन ने मूव किया थ्रू आ स्मॉल डिस्टेंस डी एक्स के नाल, तो जिहड़ा डी डबल्यू है वर्क डन की वैल्यू आ जाएगी फोर्स इंटू डिस्टेंस जिन्ना उसने मूव किया पिस्टन ने, तो फोर्स नूं आपां लिखांगे प्रैशर इंटू एरिया इंटू डिस्टेंस पी ए इंटू डी एक्स। ए डी एक्स नूं आपां लिख सकते हैं इंटू डी वी वॉल्यूम।
ਹੁਣ ਇਸ ਇਕੁਏਸ਼ਨ ਦੇ ਵਿੱਚ 1.10 ਇਕੁਏਸ਼ਨ ਦੇ ਵਿੱਚ डी डैश ਤੇ DW ਦੀ ਜਿਹੜੀ ਵੈਲਿਊ ਆ ਉਹ ਪੁੱਟ ਕਰਾਂਗੇ। ਦੈਨ CP DT ਇਜ਼ ਇਕਵਲਸ ਟੂ CV DT ਪਲੱਸ PDV ਅਪੋਨ J। ਆਪਣੇ ਕੋਲ ਆ ਜਾਏਗਾ CP ਮਾਈਨਸ CV DT ਇਜ਼ ਇਕਵਲਸ ਟੂ PDV ਅਪੋਨ J। ਅਕੋਰਡਿੰਗ ਟੂ ਪਰਫੈਕਟ ਗੈਸ ਇਕੁਏਸ਼ਨ PB ਇਜ਼ ਇਕਵਲਸ ਟੂ RT ਹੈ। ਹੀਟ ਸਪਲਾਈ ਕਰਾਂਗੇ ਗੈਸ ਨੂੰ ਐਟ ਕੌਂਸਟੈਂਟ ਪ੍ਰੈਸ਼ਰ ਦੇ ਉੱਪਰ DQ ਡੈਸ਼। ਤਾਂ ਆਹ ਵਾਲੀ ਜਿਹੜੀ ਇਕੁਏਸ਼ਨ ਹੈ ਉਸ ਨੂੰ ਡਿਫਰੈਂਸ਼ੀਏਟ ਕਰਾਂਗੇ, ਉਹ ਬਣ ਜਾਏਗਾ PDV ਇਜ਼ ਇਕਵਲਸ ਟੂ R ਇੰਟੂ DT। PDV ਨੂੰ ਆਪਾਂ ਲਿਖ ਸਕਦੇ ਹਾਂ RDT, ਤਾਂ CP ਮਾਈਨਸ CV ਇੰਟੂ DT ਇਜ਼ ਇਕਵਲਸ ਟੂ RDT ਅਪੋਨ J। ਤਾਂ CP ਮਾਈਨਸ CV ਇਜ਼ ਇਕਵਲਸ ਟੂ R ਅਪੋਨ J। ਇਸ ਹੁਣ ਇੱਥੇ ਆਪਾਂ ਪਹਿਲਾਂ ਕੀਤਾ ਸੀ CP ਇਜ਼ ਗ੍ਰੇਟਰ ਦੈਨ ਹੈਗਾ CB ਦੇ ਨਾਲ। ਜਦੋਂ CP ਗ੍ਰੇਟਰ ਦੈਨ ਹੈਗੀ ਹੈ CV, ਦੈਨ R ਆਪਣੇ ਕੋਲ ਆਏਗਾ ਪੋਜ਼ੀਟਿਵ, ਮੀਨਸ R ਅਪੋਨ J ਕੌਂਸਟੈਂਟ ਹੈ, ਠੀਕ ਹੈ। ਤਾਂ CP ਮਾਈਨਸ CB ਕੌਂਸਟੈਂਟ ਹੋਏਗਾ। ਦੈਨ ਆਪਾਂ ਕੀ ਕਹਿ ਸਕਦੇ ਹਾਂ CP ਮਾਈਨਸ CV ਇਜ਼ ਇਕਵਲਸ ਟੂ R, ਠੀਕ ਹੈ। R ਵੀ ਕੌਂਸਟੈਂਟ ਹੈ ਜਿਸ ਦੇ ਜਿਹੜੇ ਯੂਨਿਟਸ ਹੈਗੇ ਵਰਕ ਦੇ। ਉਸ ਤੋਂ ਬਾਅਦ ਹੈਗਾ ਆਈਜ਼ੋਥਰਮਲ ਪ੍ਰੋਸੈਸ। ਆਈਜ਼ੋਥਰਮਲ ਪ੍ਰੋਸੈਸ ਮੀਨਸ ਪ੍ਰੈਸ਼ਰ ਤੇ ਵੋਲਿਊਮ ਹੈਗਾ ਜਿਹੜਾ ਸਿਸਟਮ ਦਾ ਉਹ ਚੇਂਜ ਹੋਏਗਾ, ਪਰ ਟੈਂਪਰੇਚਰ ਦੀ ਜਿਹੜੀ ਵੈਲਿਊ ਆ ਉਹ ਕੌਂਸਟੈਂਟ ਰਹੇਗੀ, ਠੀਕ ਹੈ। ਨੈਕਸਟ ਹੈ ਵਰਕ ਡਨ ਡਿਊਰਿੰਗ ਆਈਜ਼ੋਥਰਮਲ ਪ੍ਰੋਸੈਸ। ਆਈਜ਼ੋਥਰਮਲ ਮੀਨਸ ਜਿਸ ਦੇ ਵਿੱਚ ਪ੍ਰੈਸ਼ਰ ਤੇ ਵੋਲਿਊਮ ਚੇਂਜ ਹੋਣਗੇ ਬਟ ਟੈਂਪਰੇਚਰ ਕੀ ਹੈ ਕੌਂਸਟੈਂਟ ਰਹੇਗਾ। ਕੰਸੀਡਰ ਕਰੋ 1 ਮੋਲ ਹੈਗਾ ਪਰਫੈਕਟ ਗੈਸ ਦਾ, ਉਸ ਨੂੰ ਆਪਾਂ ਸਿਲੰਡਰ ਦੇ ਵਿੱਚ ਰੱਖਿਆ ਹੋਇਆ, ਠੀਕ ਹੈ। ਇੱਕ ਇੱਥੇ ਕੀ ਲੱਗਿਆ ਹੋਇਆ ਪਿਸਟਨ ਲੱਗਿਆ, ਆਹ ਵਾਲਾ ਪਿਸਟਨ ਲੱਗਿਆ। ਕਿਸੇ ਵੀ ਇੰਸਟੈਂਟ ਦੇ ਉੱਪਰ ਸਪੋਜ਼ ਜਿਹੜਾ ਪ੍ਰੈਸ਼ਰ ਵੋਲਿਊਮ ਤੇ ਟੈਂਪਰੇਚਰ ਹੈਗਾ ਗੈਸ ਦਾ ਉਹ ਕੀ ਹੈ P V and T ਵੈਲਿਊਜ਼ ਹੈ। ਸਪੋਜ਼ ਜਦੋਂ ਆਹ ਵਾਲਾ ਜਿਹੜਾ ਪਿਸਟਨ ਹੈ, ਠੀਕ ਹੈ, ਆਹ ਵਾਲਾ ਪਿਸਟਨ ਨੇ ਮੂਵ ਕੀਤਾ DX ਡਿਸਟੈਂਸ ਦੇ ਨਾਲ ਮੂਵ ਕੀਤਾ ਐਟ ਕੌਂਸਟੈਂਟ ਪ੍ਰੈਸ਼ਰ ਦੇ ਉੱਪਰ, ਤਾਂ ਜਿਹੜਾ ਸਮੋਲ ਵਰਕ ਡਨ ਹੋਇਆ ਉਸ ਦੀ ਵੈਲਿਊ ਆਏਗੀ ਫੋਰਸ ਇੰਟੂ ਡਿਸਟੈਂਸ ਮੀਨਸ PA ਇੰਟੂ DX। ADX ਨੂੰ ਲਿਖਾਂਗੇ DV, ਦੈਨ DW ਇਜ਼ ਇਕਵਲਸ ਟੂ PDV। ਅਤੇ ਇਹ ਹੈਗਾ ਏਰੀਆ ਆਫ ਕ੍ਰੋਸ ਸੈਕਸ਼ਨ ਆਫ ਦਾ ਪਿਸਟਨ। ਹੁਣ ਸਿਸਟਮ ਇਨੀਸ਼ੀਅਲ ਸਟੇਟ A ਤੋਂ ਫਾਈਨਲ ਸਟੇਟ A, ਠੀਕ ਹੈ, ਇਨੀਸ਼ੀਅਲ ਤੋਂ ਫਾਈਨਲ ਸਟੇਟ ਦੇ ਵਿੱਚ ਜਾਣਾ ਹੈ ਸਿਸਟਮ ਨੇ, ਤਾਂ ਟੋਟਲ ਅਮਾਊਂਟ ਆਫ ਵਰਕ ਡਨ ਦੀ ਵੈਲਿਊ ਆ ਜਾਏਗੀ W ਇਜ਼ ਇਕਵਲਸ ਟੂ V1 ਟੂ V2 ਇੰਟੀਗ੍ਰੇਸ਼ਨ ਆਫ PDV। ਇਸ ਦੀ ਆਪਾਂ ਇੰਟੀਗ੍ਰੇਸ਼ਨ ਕਰ ਦਾਂਗੇ, ਦੈਨ ਹੋਲ ਵਰਕ ਡਨ ਆ ਜਾਏਗਾ। 1 ਮੋਲ ਆਫ ਗੈਸ ਦੇ ਲਈ ਆਈਡਲ ਗੈਸ ਦੇ ਲਈ PV ਇਜ਼ ਇਕਵਲਸ ਟੂ RT। P ਦੀ ਵੈਲਿਊ ਕੈਲਕੂਲੇਟ ਕਰਾਂਗੇ RT ਅਪੋਨ V। ਇਹ ਵਾਲੀ ਜਿਹੜੀ P ਦੀ ਵੈਲਿਊ ਇੱਥੇ ਸਬਸਟੀਟਿਊਟ ਕਰਾਂਗੇ, ਦੈਨ W ਇਜ਼ ਇਕਵਲਸ ਟੂ ਇੰਟੀਗ੍ਰੇਸ਼ਨ ਆਫ V1 ਟੂ V2 RT ਅਪੋਨ V ਇੰਟੂ DV। ਆਈਜ਼ੋਥਰਮਲ ਪ੍ਰੋਸੈਸ ਦੇ ਵਿੱਚ ਜਿਹੜਾ ਟੈਂਪਰੇਚਰ ਹੈ ਕੌਂਸਟੈਂਟ ਰਹੇਗਾ। ਆਹ ਵਾਲਾ ਜਿਹੜਾ W ਉਸ ਨੂੰ ਆਪਾਂ W ਆਈਜ਼ੋਥਰਮਲ ਲਿਖਾਂਗੇ, ਆਈਸੋ, ਠੀਕ ਹੈ। W ਆਈਸੋ ਇਜ਼ ਇਕਵਲਸ ਟੂ RT ਇੰਟੀਗ੍ਰੇਸ਼ਨ V1 ਟੂ V2 1 ਅਪਨ V ਇੰਟੂ DV। 1 ਅਪਨ V ਦੀ ਆ ਜਾਏਗੀ log V, ਠੀਕ ਹੈ, log V2 ਮਾਈਨਸ log V1, ਦੈਨ W ਆਈਜ਼ੋਥਰਮਲ ਇਜ਼ ਇਕਵਲਸ ਟੂ RT log V2 ਅਪੋਨ V1। log E ਨੂੰ ਜਿਹੜਾ log 10 ਦੇ ਵਿੱਚ log 10 ਵਾਲੇ ਬੇਸ ਦੇ ਵਿੱਚ ਚੇਂਜ ਕਰਾਂਗੇ, ਤਾਂ ਇੱਥੇ ਆਪਾਂ 2.303 ਦੇ ਨਾਲ ਮਲਟੀਪਲਾਈ ਕਰਾਂਗੇ, ਠੀਕ ਹੈ। ਇਹ ਚੇਂਜ ਹੋ ਗਿਆ log 10 ਦੇ ਵਿੱਚ। ਹੁਣ ਆਈਜ਼ੋਥਰਮਲ ਚੇਂਜ ਦੇ ਲਈ B1 ਇਜ਼ ਇਕਵਲਸ ਟੂ P2 V2 ਹੈ, V2 ਅਪੋਨ V1 ਦੀ ਵੈਲਿਊ ਆ ਜਾਏਗੀ P1 ਅਪੋਨ P2, ਇੱਥੇ ਆਪਾਂ ਪੁੱਟ ਕਰ ਸਕਦੇ ਹਾਂ। ਦੈਨ ਇਹ ਵੀ ਆਪਣੇ ਕੋਲ ਵਰਕ ਡਨ ਹੈਗਾ ਡਿਊਰਿੰਗ ਆਈਜ਼ੋਥਰਮਲ ਪ੍ਰੋਸੈਸ ਦੇ ਲਈ, ਜਦੋਂ ਜਿਹੜਾ ਪ੍ਰੈਸ਼ਰ ਹੈਗਾ P1 ਤੋਂ ਲੈ ਕੇ P2 ਤੱਕ ਚੇਂਜ ਹੋ ਰਿਹਾ ਟੈਂਪਰੇਚਰ ਐਟ ਕੌਂਸਟੈਂਟ ਟੈਂਪਰੇਚਰ ਦੇ ਉੱਪਰ।